ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਸੰਦੀਪ ਸ਼ੌਲਕ ਸ਼ਰਮਾ। ਜਗਬਾਣੀ ਟੀਵੀ ਤੇ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਹੈ। ਵੇਲੇ ਹੁਣ ਤੱਕ ਦੀ ਅਹਿਮ ਖਬਰਾਂ ਦਾ ਵਿਸਤਾਰ ਵਿੱਚ ਜਾਣ ਤੋਂ ਪਹਿਲਾਂ ਇੱਕ ਨਜ਼ਰ ਸੁਰਖੀਆਂ ਤੇ। ਆਗਾਮੀ ਨਗਰ ਨਿਗਮ ਚੋਣਾਂ ਤੋਂ ਪਹਿਲਾਂ ਆਰੋਪ ਪ੍ਰਤਿਆਰੋਪ ਸ਼ੁਰੂ। ਕਾਂਗਰਸ ਨੇ ਭਾਜਪਾ ਤੇ ਲਗਾਏ ਕਈ ਆਰੋਪ। ਚੰਡੀਗੜ੍ਹ ਦੀ ਸਮਾਰਟ ਪਾਰਕਿੰਗ ਰਹੀ ਸੁਰਖੀਆਂ ਵਿੱਚ, ਕਈ ਤਰ੍ਹਾਂ ਦੇ ਉੱਠ ਰਹੇ ਸਵਾਲ। ਤੇ ਚੰਡੀਗੜ੍ਹ ਵਿੱਚ ਰਹਿ ਰਹੇ ਅਫਗਾਨੀ ਸਟੂਡੈਂਟਸ ਨੇ ਕੱਢਿਆ ਸੈਕਟਰ 17 ਪਲਾਜ਼ਾ ਵਿੱਚ ਕੈਂਡਲ ਮਾਰਚ। ਤੇ ਹੁਣ ਖਬਰਾਂ ਵਿਸਤਾਰ ਨਾਲ। ਖਬਰਾਂ ਦੀ ਸ਼ੁਰੂਆਤ ਦੇ ਵਿੱਚ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਆਉਣ ਵਾਲੀਆਂ ਨਗਰ ਨਿਗਮ ਦੀਆਂ ਚੋਣਾਂ ਦੀ। ਜਿਹਾਂ ਚੰਡੀਗੜ੍ਹ ਦੇ ਵਿੱਚ ਨਗਰ ਨਿਗਮ ਦੀਆਂ ਚੋਣਾਂ ਦੀਆਂ ਤਿਆਰੀਆਂ ਜ਼ੋਰਾਂ ਸ਼ੋਰਾਂ ਦੇ ਨਾਲ ਚੱਲ ਰਹੀਆਂ ਨੇ ਤੇ ਅਜਿਹੇ ਦੇ ਵਿੱਚ ਰਾਜਨੀਤਿਕ ਪਾਰਟੀਆਂ ਜਿੱਤ ਦੀ ਤਿਆਰੀ ਵੀ ਕਰ ਰਹੀਆਂ ਨੇ। ਹਰ ਕੋਈ ਕੋਸ਼ਿਸ਼ ਕਰ ਰਿਹਾ ਹੈ ਕਿ ਉਹਨਾਂ ਦੀ ਜਿੱਤ ਯਕੀਨੀ ਹੋ ਜਾਵੇ। ਇਸੇ ਦੇ ਦੌਰਾਨ ਹੁਣ ਆਰੋਪ ਪ੍ਰਤਿਆਰੋਪ ਦਾ ਦੌਰ ਵੀ ਸ਼ੁਰੂ ਹੋ ਗਿਆ ਹੈ ਤੇ ਕਾਂਗਰਸ ਤੇ ਭਾਜਪਾ ਦੋਹਾਂ ਵੱਲੋਂ ਹੀ ਇੱਕ ਦੂਜੇ ਉੱਤੇ ਕਈ ਤਰ੍ਹਾਂ ਦੇ ਆਰੋਪ ਲਗਾਉਂਦਿਆਂ ਸਵਾਲ ਖੜੇ ਕੀਤੇ ਜਾ ਰਹੇ ਨੇ। ਦਸੰਬਰ 'ਚ ਚੰਡੀਗੜ੍ਹ ਨਗਰ ਨਿਗਮ ਦੀਆਂ ਚੋਣਾਂ ਹੋਣੀਆਂ ਨੇ ਤੇ ਉਸ ਨੂੰ ਲੈ ਕੇ ਹੁਣ ਤੋਂ ਹੀ ਸਿਆਸਤ ਸ਼ੁਰੂ ਹੋ ਗਈ ਹੈ। ਕਾਂਗਰਸ ਭਾਜਪਾ ਉੱਤੇ ਤਾਂ ਭਾਜਪਾ ਕਾਂਗਰਸ ਉੱਤੇ ਇਲਜ਼ਾਮ ਲਗਾ ਰਹੀ ਹੈ, ਜਿੱਥੇ ਕਾਂਗਰਸ ਦੇ ਵਿਰੋਧੀ ਪੱਖ ਦੇ ਆਗੂ ਦਵਿੰਦਰ ਬੱਬਲਾ ਨੇ ਭਾਜਪਾ ਉੱਤੇ ਜੰਮ ਕੇ ਨਿਸ਼ਾਨੇ ਸਾਧੇ ਨੇ ਤੇ ਕਿਹਾ ਹੈ ਕਿ ਇਸ ਵਾਰ ਨਗਰ ਨਿਗਮ ਚੋਣਾਂ ਵਿੱਚ ਲੋਕ ਇਹ ਗਲਤੀ ਨਹੀਂ ਕਰਨਗੇ ਅਤੇ ਕਾਂਗਰਸ ਨੂੰ ਵੋਟ ਦੇਣਗੇ। ਭਾਜਪਾ ਨੇ ਸ਼ਹਿਰ ਦੇ ਵਿਕਾਸ ਦੀ ਬਜਾਏ ਸ਼ਹਿਰ ਦੀ ਸੁੰਦਰਤਾ ਨੂੰ ਖਰਾਬ ਕਰ ਦਿੱਤਾ ਹੈ, ਚਾਹੇ ਉਹ ਗੱਲ ਸੜਕਾਂ ਦੀ ਹੋਵੇ ਜਾਂ ਫਿਰ ਪ੍ਰਾਪਰਟੀ ਟੈਕਸ ਦੀ। ਸ਼ਹਿਰ ਦੇ ਪਾਰਕਾਂ ਦੀ ਗੱਲ ਹੋਵੇ ਜਾਂ ਕਿਸੇ ਵੀ ਚੀਜ਼ ਨੂੰ ਮੇਨਟੇਨ ਨਹੀਂ ਕੀਤਾ ਗਿਆ। ਇੱਥੇ ਤੱਕ ਕਿ ਲੋਕਾਂ ਉੱਤੇ ਪ੍ਰਾਪਰਟੀ ਟੈਕਸ ਥੋਪਿਆ ਗਿਆ ਤੇ ਪਾਣੀ ਦੇ ਰੇਟ ਵੀ ਵਧਾਏ ਗਏ ਨੇ। ਸਮਾਰਟ ਪਾਰਕਿੰਗ ਦੇ ਨਾਂ ਉੱਤੇ ਸ਼ਹਿਰ ਵਾਸੀਆਂ ਨੂੰ ਕੀ ਮਿਲ ਰਿਹਾ ਹੈ, ਇਸ ਉੱਤੇ ਕੁਝ ਦੱਸਣ ਦੀ ਲੋੜ ਨਹੀਂ ਹੈ, ਉਹ ਲੋਕ ਖੁਦ ਹੀ ਭਲੀਭਾਂਤੀ ਜਾਣਦੇ ਨੇ। इनको तो कांग्रेस का फोबिया हो गया है। हर चीज़ कांग्रेस ने किया, इन्होंने कुछ नहीं किया। अरे कांग्रेस के वक्त में तो लोग वहाँ पे क्रिकेट खेलते थे, जो आज इतना बड़ा पहाड़ कूड़े का लगा दिया है। और जेपी प्लांट चल रहा था, अच्छा था या बुरा था, अरे 250-300 टन तो रोज़ का वो करता था, उन्होंने उसके भी ऊपर ताला लगा दिया। अब वो क्या बन गया, एक खंडर बन गया। और खंडर के अंदर क्या है, कोई भी जो है वहाँ पे उसका काम नहीं हो रहा। अब क्या करेंगे फिर, कूड़े के पहाड़ ही बनते जाएंगे। 7 बार आग लग गई है, उस आग लगने के अंदर भी जो है पैसे खा रहे हैं। वहाँ मिट्टी फेंकनी चाहिए, वहाँ पे पता नहीं क्या फेंक रहे हैं, मिट्टी के पैसे जेब में डाल रहे हैं। ये 4-5 साल से 6 साल से इन्हीं के मेयर बनते आ रहे हैं। या 6 साल से कांग्रेस ने कर दिया, ये हर चीज़ कांग्रेस ने कर दी। कमाल है यार, मतलब ये तो एक मतलब ना बचपन जैसी हरकत होती हैं वैसे कर रहे हैं ये। मुद्दे पे आइए ना आप। साल जो है लोगों ने कांग्रेस का काम देखा है, कभी आज तक किसी ने भी इस तरीके से हड़तालें नहीं की कि जी हम मर गए लुट गए। इस तरीके से रेट नहीं बढ़ाए। प्रॉपर्टी टैक्स का हमारे ऊपर कितना दबाव था, हमने प्रॉपर्टी टैक्स को लगने नहीं दिया। आखिर में प्रशासन ने हमें मजबूर किया कि जी चाहे प्रॉपर्टी टैक्स आप कुछ भी लगाइए, कुछ तो लगाइए। 1 रुपया लगाया था हमने, आज कितना कर दिया, 25 रुपये से बढ़ा दिया। ਉੱਥੇ ਹੀ ਮੇਅਰ ਰਵਿਕਾਂਤ ਸ਼ਰਮਾ ਨੇ ਕਿਹਾ ਹੈ ਕਿ ਭਾਜਪਾ ਦੇ ਰਾਜ ਵਿੱਚ ਸ਼ਹਿਰ ਦਾ ਸਹੀ ਮਾਇਨਿਆਂ 'ਚ ਵਿਕਾਸ ਹੋਇਆ। ਜੇਕਰ ਕਾਂਗਰਸ ਨੂੰ ਵਿਕਾਸ ਕੰਮਾਂ ਦਾ ਪਤਾ ਕਰਨਾ ਹੈ ਤਾਂ ਉਹ ਜਦੋਂ ਚਾਹੇ RTI ਲਗਾ ਕੇ ਪਤਾ ਕਰ ਸਕਦੇ ਨੇ ਤੇ ਜਨਤਾ ਦੇ ਵਿੱਚ ਆਪਣੇ ਵਿਕਾਸ ਕੰਮਾਂ ਨੂੰ ਲੈ ਕੇ ਜਾਣਗੇ। ਅਤੇ ਜਿੱਥੇ ਤੱਕ ਗੱਲ ਹੈ ਕੂੜੇ ਦੇ ਪਹਾੜ ਦੀ, ਜੋ ਕਿ ਡੱਡੂ ਮਾਜਰਾ ਵਿੱਚ ਹੈ, ਉਹ ਲੋਕਾਂ ਨੂੰ ਕਾਂਗਰਸ ਦੀ ਹੀ ਦੇਣ ਹੈ, ਪਰ ਉਸ ਕੂੜੇ ਦੇ ਪਹਾੜ ਨੂੰ ਵੀ ਆਉਣ ਵਾਲੇ 1 ਮਹੀਨੇ ਦੇ ਅੰਦਰ ਖਤਮ ਕੀਤਾ ਜਾਵੇਗਾ, जिस ਨੂੰ ਲੈ ਕੇ ਉਹਨਾਂ ਦੇ ਵੱਲੋਂ कोशिश की जा रही है। देखिए, जो आप इनकी पार्टियों की बात कर रहे हैं, आज उन पार्टियों के पास कोई मुद्दा नहीं है। शहर का विकास जो भारतीय जनता पार्टी की जब से कॉरपोरेशन भारतीय जनता पार्टी के हाथों में है 2016 से लेके अब तक, जितना विकास शहर का तब से अब तक हुआ है शायद इतिहास में नहीं हुआ होगा। इनको इतना ज़रूर बोलिएगा कि आप RTI के माध्यम से या और किसी माध्यम से इसका पता कर लीजिए। आज शहर में जिस तरह से विकास के काम चल रहे हैं, आप भी देख रहे थे कि हमें इस बार सबसे बड़ा जो ड्रॉबैक है, हमें जो नुकसान हुआ है कि वो 5 साल के टेन्योर में हमें सिर्फ 3.5 साल ही मिल पाएंगे, क्योंकि 1.5 साल तो हमारा लगभग कोरोना ने जो है वो ख़राब कर दिया। मगर फिर भी इतनी बड़ी महामारी जो देश और दुनिया में आई है उसके आने के बावजूद भी हमने जो है
शहर के विकास कार्यों को नहीं रुकने दिया। सड़कों का मुद्दा था, सड़कों की कारपेटिंग का काम मैक्सिमम हो गया है, जो बचा है वो अभी 15 सितंबर के बाद जैसे ही मौसम ठीक होता है तो उसके बाद बाकी का वो हो जाएगा। गांव की डेवलपमेंट की बात करूं तो 102 करोड़ के प्रोजेक्ट है जो अभी हम 3-4 दिन में शुरू करने जा रहे हैं। और डड्डू माजरा वासियों की जो परेशानी थी, जो इन लोगों ने, जो आज शोर मचा रहे हैं, इन लोगों ने नासूर दिया था डड्डू माजरा को, ये गार्बेज प्लांट, आज उसका अगर कहीं ना कहीं उस कूड़े का, आज उस डड्डू बाजरा वासियों को अगर कोई सुविधा मिलने जा रही है, उस कूड़े के पहाड़ से निजात मिलने जा रही है, तो वो भारतीय जनता पार्टी के समय में ही हुआ। और जो अभी भी हमारा वहाँ पे काम चल रहा है, जो हमने वादा किया था कि डड्डू माजरा के लोगों को अपने घर में बैठे जो कूड़े का पहाड़ दिखता है वो खाना नहीं खा सकते, बदबू आती है, 20 फुट ऊंची दीवार का काम आप जाके देखिए वहाँ पे चल रहा है। 1-1.5 महीने के अंदर कंप्लीट हो जाएगा। जब कंप्लीट होगा सारे डड्डू माजरा वासियों को वहाँ बुलाएंगे, वहाँ पे उनके बीच में जाके एक मीटिंग के माध्यम से उनको सारा बताएंगे और उनको इस दीवार बनने के बाद जो फ़ायदा होगा वो आप भी जानते हैं कि वो जो डायरेक्ट एक घर से बैठ के कूड़े का पहाड़ दिखता वो बंद हो जाएगा। ਪਹਿਲਾਂ ਤਾਂ ਪਾਰਟੀ ਆਗੂ ਇੱਕ ਦੂਜੇ ਤੇ ਤੰਜ ਕੱਸਦੇ ਨੇ। ਇਹ ਤਾਂ ਹੁਣ ਚੋਣਾਂ ਹੋਣ ਤੇ ਅਤੇ ਉਸ ਦੇ ਨਤੀਜੇ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਕੌਣ ਮੇਅਰ ਬਣੇਗਾ। ਜਗਬਾਣੀ ਟੀਵੀ ਦੇ ਲਈ ਚੰਡੀਗੜ੍ਹ ਤੋਂ ਭਗਵਤ ਸਿੰਘ ਦੀ ਰਿਪੋਰਟ। ਹਰ ਪਰਿਵਾਰ ਨੂੰ ਚਲਾਉਣ ਵਾਲੀ ਇੱਕ ਔਰਤ ਹੁੰਦੀ ਹੈ। ਔਰਤ ਹੀ ਘਰ ਦੀ ਜ਼ਿੰਮੇਵਾਰੀ ਸੰਭਾਲਦੀ ਹੈ, ਭਾਵੇਂ ਬੱਚਿਆਂ ਦੀ ਪੜ੍ਹਾਈ ਹੋਏ, ਭਾਵੇਂ ਦਵਾਈ ਹੋਏ, ਭਾਵੇਂ ਘਰ ਨੂੰ ਇਕੱਠਾ ਕਰਨਾ ਹੋਏ, ਹਰ ਪਰਿਵਾਰ ਦੀ ਮੁਸ਼ਕਿਲ ਜੇ ਹੱਲ ਕਰਦੀ ਹੈ ਤੇ ਇੱਕ ਔਰਤ ਕਰਦੀ ਹੈ। ਇਸ ਗੱਲ ਨੂੰ ਧਿਆਨ ਰੱਖਦੇ ਹੋਏ ਸ਼੍ਰੋਮਣੀ ਅਕਾਲੀ ਦਲ ਬਹੁਜਨ ਸਮਾਜ ਪਾਰਟੀ ਨੇ ਫੈਸਲਾ ਕੀਤਾ ਹੈ ਕਿ ਨੀਲੇ ਕਾਰਡ ਹੋਲਡਰ ਪਰਿਵਾਰ ਦੀ ਮੁੱਖ ਔਰਤ ਨੂੰ ਹਰ ਮਹੀਨੇ 2000 ਰੁਪਇਆ ਮਹੀਨਾ ਉਹਨਾਂ ਦੇ ਖਾਤੇ 'ਚ ਦਿੱਤਾ ਜਾਊਗਾ। ਸਾਲ ਦਾ 24000 ਰੁਪਇਆ ਉਸ ਮੁਖੀ ਪਰਿਵਾਰ ਦੀ ਔਰਤ ਦੇ ਖਾਤੇ 'ਚ ਦਿੱਤਾ ਜਾਊਗਾ, ਜਿਸ ਕਰਕੇ ਉਸ ਔਰਤ ਨੂੰ ਕਿਸੇ ਚੀਜ਼ ਦੀ ਮੁਸ਼ਕਿਲ ਨਾ ਪਏ। ਆ ਸਾਡਾ ਵਾਅਦਾ ਸਾਰੇ ਪਰਿਵਾਰਾਂ ਨੂੰ ਹੈ। ਚੰਡੀਗੜ੍ਹ ਨੂੰ ਸਮਾਰਟ ਸਿਟੀ ਕਿਹਾ ਜਾਂਦਾ ਹੈ ਤੇ ਇੱਥੇ ਸਮਾਰਟ ਪਾਰਕਿੰਗ ਦੀ ਵੀ ਗੱਲ ਕੀਤੀ ਜਾਂਦੀ ਹੈ ਤੇ ਹੁਣ ਉਹੀ ਸਮਾਰਟ ਪਾਰਕਿੰਗ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਦਰਅਸਲ ਇਸ ਸਮਾਰਟ ਪਾਰਕਿੰਗ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਉੱਠ ਰਹੇ ਨੇ ਤੇ ਕਈ ਤਰ੍ਹਾਂ ਦੀਆਂ ਗੱਲਾਂ ਵੀ ਹੋ ਰਹੀਆਂ ਨੇ। ਆਖਿਰਕਾਰ ਕਿਉਂ ਸਮਾਰਟ ਪਾਰਕਿੰਗ ਚਰਚਾ ਦੇ ਵਿੱਚ ਆਈ, ਦੇਖਦੇ ਹਾਂ ਰਿਪੋਰਟ ਵਿੱਚ। ਚੰਡੀਗੜ੍ਹ 'ਚ ਸਮਾਰਟ ਪਾਰਕਿੰਗ ਹੈ ਤੇ ਇਸ ਸਮਾਰਟ ਪਾਰਕਿੰਗ ਨੂੰ ਲੈ ਕੇ ਅੱਜਕੱਲ ਖੂਬ ਚਰਚਾ ਵੀ ਹੋ ਰਹੀ ਹੈ ਤੇ ਇਸ ਦੇ ਪਿੱਛੇ ਖੂਬ ਰਾਜਨੀਤੀ ਵੀ ਹੁੰਦੀ ਦੇਖੀ ਜਾ ਰਹੀ ਹੈ। ਜਿੱਥੇ ਵਿਰੋਧੀ ਪੱਖ ਇਸ ਮਾਮਲੇ ਤੇ ਭਾਜਪਾ ਨੂੰ ਘੇਰ ਰਹੀ ਹੈ ਤਾਂ ਉੱਥੇ ਹੀ ਭਾਜਪਾ ਵੱਲੋਂ ਸਮਾਰਟ ਪਾਰਕਿੰਗ ਕੀਤੇ ਜਾਣ ਦੀ ਗੱਲ ਕਹੀ ਜਾ ਰਹੀ ਹੈ। ਅਸਲ 'ਚ ਚੰਡੀਗੜ੍ਹ 'ਚ 99 ਪਾਰਕਿੰਗ ਸਲੋਟ ਨੇ ਜਿਨ੍ਹਾਂ ਨੂੰ ਠੇਕੇਦਾਰਾਂ ਦੇ ਵੱਲੋਂ ਚਲਾਇਆ ਜਾ ਰਿਹਾ ਹੈ। ਗੱਲ ਸਮਾਰਟ ਪਾਰਕਿੰਗ ਦੀ ਹੈ ਪਰ ਦੂਰ ਤੱਕ ਕਿਸੇ ਤਰ੍ਹਾਂ ਦੀ ਸਮਾਰਟ ਪਾਰਕਿੰਗ ਨਹੀਂ ਦੇਖੀ ਜਾ ਸਕਦੀ, ਜਿਸ ਨੂੰ ਲੈ ਕੇ ਰੋਜ਼ਾਨਾ ਕਈ ਸ਼ਿਕਾਇਤਾਂ ਵੀ ਨਗਰ ਨਿਗਮ ਦੇ ਕੋਲ ਪਹੁੰਚ ਰਹੀਆਂ ਨੇ। ਸਮਾਰਟ ਪਾਰਕਿੰਗ ਦੇ ਸਾਹਮਣੇ ਐਂਟਰੀ ਗੇਟ ਉੱਤੇ LED ਸਕਰੀਨ ਲਗਾਈ ਜਾਣਾ, ਰੇਟ ਲਿਸਟ ਲਗਾਉਣਾ ਜਿਸ ਵਿੱਚ ਸੁਪਰਵਾਈਜ਼ਰ ਦਾ ਨਾਮ ਅਤੇ ਨੰਬਰ ਹੋਵੇ, ਬਹੁਤ ਸਾਰੀਆਂ ਅਜਿਹੀਆਂ ਚੀਜ਼ਾਂ ਨੇ ਜੋ ਕਿ ਪਾਰਕਿੰਗ ਨੂੰ ਸਮਾਰਟ ਬਣਾ ਸਕਦੀਆਂ ਨੇ। ਪਰ ਇੱਥੇ ਅਜਿਹਾ ਕੁਝ ਵੀ ਦੇਖਣ ਨੂੰ ਨਹੀਂ ਮਿਲ ਰਿਹਾ। ਇੱਥੇ ਰਹਿ ਰਹੇ ਲੋਕਾਂ ਦਾ ਕਹਿਣਾ ਹੈ ਕਿ ਪਾਰਕਿੰਗ ਦੇ ਕਰਿੰਦਿਆਂ ਦੇ ਮਿਸਬਿਹੇਵ ਦੀ ਸ਼ਿਕਾਇਤਾਂ, ਪਾਰਕਿੰਗ ਵਿੱਚ ਬੇਕਾਇਦਗੀ ਦੀਆਂ ਸ਼ਿਕਾਇਤਾਂ ਬਹੁਤ ਜ਼ਿਆਦਾ ਨੇ, ਜਿਸ ਨੂੰ ਲੈ ਕੇ ਉਹ ਆਪ ਸ਼ਹਿਰ ਦੇ ਐਡਵਾਈਜ਼ਰ ਧਰਮਪਾਲ ਅਤੇ ਨਗਰ ਨਿਗਮ ਨੂੰ ਸਮਾਰਟ ਪਾਰਕਿੰਗ ਕਰਨ ਦੀ ਸਲਾਹ ਵੀ ਦੇ ਚੁੱਕੇ ਨੇ। ਸਰ ਡਰੈਸ ਨੂੰ ਛੱਡੋ, ਡਰੈਸ ਦੀ ਲੋੜ ਨਹੀਂ ਹੈ, ਬੰਦੇ ਅਗਰ ਕੰਮ ਕਰਨ ਸਹੀ ਢੰਗ ਨਾਲ। ਹੁਣ ਤੁਸੀਂ ਦੇਖੋ ਇਹ ਮੋਟਰਸਾਈਕਲ ਇੱਥੇ ਖੜੇ ਕਾਰ ਵਾਲੀ ਜਗ੍ਹਾ ਤੇ, ਇਹ ਕਈ ਵਾਰ ਇੱਧਰ ਦੂਜੀ ਸਾਈਡ ਤੇ ਖੜੇ ਹੁੰਦੇ, ਬੰਦਾ ਕਾਰ ਨਹੀਂ ਖੜੀ ਕਰ ਸਕਦਾ, ਕੀ ਕਰੇ ਬੰਦਾ। ਆਪਾਂ ਕਹਿੰਦੇ ਕਿ ਕਾਰ ਨਿਕਾਲਣਾ ਚਾਹੇ ਤੇ ਕਾਰ ਨਹੀਂ ਨਿਕਲਦੀ, ਪਰ ਤੁਸੀਂ ਇਹ ਦੇਖੋ ਕਾਰ ਦੀ ਜਗ੍ਹਾ ਤੇ ਅਗਰ ਮੋਟਰਸਾਈਕਲ ਖੜਾ ਤੇ ਕਾਰ ਕੱਢੇਗਾ ਕਿੱਧਰੋਂ ਬੰਦਾ, ਲਗਾਏਗਾ ਕਿੱਥੋਂ। ਪੈਸੇ ਤਾਂ ਪੂਰੇ ਲੈਂਦੇ ਆ, 12 ਰੁਪਏ ਪਰ ਡੇ ਵੀ ਚਾਹੀਦੇ, 360 ਰੁਪਏ ਦਾ ਪਾਸ ਵੀ ਬਣਾਉਂਦੇ ਆ, ਪਰ ਫੈਸਿਲਿਟੀ ਨਹੀਂ ਹੈ। ਕੀ ਕਰੇ ਦੁਕਾਨਦਾਰ, ਦੱਸੋ, ਇਹਦਾ ਕੋਈ ਹੱਲ ਨਹੀਂ ਹੈ। ਨਹੀਂ ਝਗੜੇ ਵਗੈਰਾ ਤਾਂ ਹੁੰਦੇ ਹੋਣਗੇ, ਝਗੜਾ ਸਾਡੇ ਨਾਲ ਨਹੀਂ ਹੋਇਆ, ਪਰ ਸਾਡੀ ਗੱਡੀ ਖੜੀ ਕਰਨ ਦੀ ਜਗ੍ਹਾ ਨਹੀਂ ਹੁੰਦੀ। 2 ਚੱਕਰ ਕੱਢ ਕੇ ਫਿਰ ਅਸੀਂ ਜਗ੍ਹਾ ਢੂੰਡਦੇ ਹਾਂ ਕਿੱਥੇ ਲਾਈਏ, ਫਿਰ ਊਟ ਪਟਾਂਗ ਜਗ੍ਹਾ 'ਤੇ ਲਗਾਉਣੀ ਪੈਂਦੀ ਹੈ, ਹੋਰ ਕੋਈ ਹੱਲ ਨਹੀਂ ਹੈਗਾ। ਨਹੀਂ ਸਰ ਨਹੀਂ, ਟਿਕਟ ਕੱਚਣ ਵਾਸਤੇ ਬੰਦੇ 4 ਹੈਗੇ, ਸੈਟਿੰਗ ਵਾਸਤੇ ਕੋਈ ਵੀ ਨਹੀਂ ਹੈਗਾ। ਕੋਈ ਵੀ ਨਹੀਂ ਆ ਕੇ ਗੱਡੀ ਕੋਈ ਲਵਾ ਦੇ, ਢੰਗ ਨਾਲ ਲਵਾ ਦੇ, ਕੋਈ ਸਕੂਟਰ ਵਾਲਾ ਨੂੰ ਕਹਿ ਦੇ ਵੀ ਤੁਸੀਂ ਕਾਰ ਵਾਲੀ ਜਗ੍ਹਾ 'ਤੇ ਨਾ ਲਗਾਓ, ਕੋਈ ਮਤਲਬ ਨਹੀਂ ਹੈ। ਪਾਰਕਿੰਗ ਕਾਰਪੋਰੇਸ਼ਨ ਨੇ ਠੇਕਾ ਤੇ ਇਹਨਾਂ ਨੂੰ ਦਿੱਤਾ ਜੀ, ਲੇਕਿਨ ਇਹਨਾਂ ਕੋਲ ਨਾ ਕੋਈ ਰਿਸਪੌਂਸਿਬਿਲਟੀ ਇਹਨਾਂ ਦੀ ਨਹੀਂ ਹੈ। ਪਰਚੀ ਗੇਟ ਦੇ ਉੱਤੇ ਕੱਢ ਦੇਣ, ਉਸ ਤੋਂ ਬਾਅਦ ਕੋਈ ਜ਼ਿੰਮੇਵਾਰੀ ਨਹੀਂ ਕਿ ਗੱਡੀ ਦੇ ਅੰਦਰ ਕੀ ਹਾਲ ਹੈ ਕੀ ਨਹੀਂ। ਗੱਡੀ ਦੇ ਕਿਸੇ ਦੇ ਕੋਈ ਲੈਪਟਾਪ ਚੋਰੀ ਹੋ ਜਾਏ, ਕੋਈ ਕੈਸ਼ ਚੋਰੀ ਹੋ ਜਾਏ,
ਕੋਈ ਮੋਬਾਈਲ ਚੋਰੀ ਹੋ ਜਾਏ, ਇਹਨਾਂ ਦੀ ਕੋਈ ਰਿਸਪੌਂਸਿਬਿਲਟੀ ਨਹੀਂ। ਔਰ ਨਾ ਕੋਈ ਇਹਨਾਂ ਦੇ ਪਾਰਕਿੰਗ ਦੇ ਇੰਟਰਨਲ ਏਰੀਏ 'ਚ ਕੋਈ ਬੰਦਾ ਇਹਨਾਂ ਦਾ ਖੜਾ ਨਹੀਂ ਹੁੰਦਾ। ਕਦੀ ਵੀ ਦੇਖੋ ਸਿਰਫ ਪਾਰਕਿੰਗ ਦੇ ਪੁਆਇੰਟ, ਮੇਨ ਪੁਆਇੰਟ ਦੇ ਉੱਤੇ ਤੁਹਾਨੂੰ 2 ਬੰਦੇ ਮਿਲਣਗੇ, ਉਸ ਤੋਂ ਬਾਅਦ ਇਹਨਾਂ ਦਾ ਕੋਈ ਬੰਦਾ ਨਹੀਂ ਮਿਲੇਗਾ। ਔਰ ਨਾ ਹੀ ਕੋਈ ਯੂਨੀਫਾਰਮ ਪਹਿਨੀ ਇਹਨਾਂ ਨੇ, ਨਾ ਕੁਛ ਹੈ। ਔਰ ਪਰਚੀ ਕੱਟਣ ਦੇ 'ਚ ਸਾਨਾ ਲੱਗੇ, ਔਰ ਜਿਹੜਾ ਪਰਚੀ ਨਹੀਂ ਕਟਾਉਂਦਾ ਜਾਂ ਕੋਈ ਪੈਸੇ ਖੁੱਲੇ ਨਹੀਂ ਹੁੰਦੇ, ਇਹ ਝਗੜਾ ਕਰਦੇ ਨੇ। ਗੱਡੀਆਂ ਪਾਰਕਿੰਗ ਸਮੱਸਿਆ ਐਸੀ ਹੈ ਜੀ ਕਿ ਇਹ ਪ੍ਰੋਪਰ ਬੰਦੇ ਕੋਈ ਇੰਟਰਨਲ ਹੈ ਨਹੀਂ ਏਰੀਏ 'ਚ, ਤਾਂ ਕੋਈ ਬੰਦਾ ਗੱਡੀ ਪਾਰਕਿੰਗ ਸਹੀ ਨਹੀਂ ਲੱਗਦੀ, ਨਾ ਸਹੀ ਲਗਵਾਉਂਦੇ ਨੇ, ਨਾ ਪਬਲਿਕ ਸਹੀ ਲਗਾਉਂਦੀ ਹੈ। एक्चुअली ਇਹੋ ही एरिया ਦੇ ਵਿੱਚ ਬੰਦੇ खड़े होन, प्रॉपर गड्डियाँ लगन। हर जगह पे अगर आप देखोगे तो इन्होंने देखा जाए तो दुकानदारों के साथ और पब्लिक के साथ धोखाधड़ी कर रहे हैं। आप कभी भी एंट्री पे भी आओगे तो आपके साथ मिसबिहेव भी किया जाएगा। ये नहीं है कि वो आपसे कोई, उनको बोलने का भी कोई अच्छा लिहाजा नहीं है उनका। और पास के नाम पे भी आपके साथ ठगी की जा रही है। आपके पास बना देते हैं, स्मार्ट का एक कार्ड बना दिया, सिर्फ आप एंट्री करो, उस कार्ड की कोई वैल्यू नहीं है। इनको ये भी नहीं पता था किसका पास बना हुआ है और कौन सी डेट को पास बन रहा है। वर्दी के नाम पे भी इनका कोई वो नहीं है जी। और जो 10 मिनट का टाइम दिया हुआ है इन्होंने, वो 10 मिनट का टाइम भी किसी के लिए नहीं है। आप आओगे तो कई लोगों के साथ ये लोग लड़ाई भी कर रहे होते हैं, मतलब गुंडागर्दी टाइप ये यहाँ पे इन्होंने चालू की हुई है। और स्मार्ट से जो पार्किंग है उसका प्रॉपर जो तरीका है वो तो ये लोग अपना ही नहीं रहे। ना इनकी जो पेमेंट है, ना इनकी कोई साइट बनी हुई है जिसके थ्रू हम पेमेंट दे सकते हैं, या एंट्री के ऊपर भी कोई ऐसा नहीं है कि जिससे आपका नंबर नोट किया जाए। इतना ही नहीं, आप नगर निगम कमिश्नर ਆਨੰਦਿਤਾ ਮਿੱਤਰਾ ਨੇ ਠੇਕੇਦਾਰਾਂ ਦੇ ਨਾਲ ਮੀਟਿੰਗ ਵੀ ਕੀਤੀ ਸੀ ਅਤੇ ਉਹਨਾਂ ਨੂੰ 1 ਹਫ਼ਤੇ ਦੇ ਅੰਦਰ ਸਮਾਰਟ ਪਾਰਕਿੰਗ ਕਰਨ ਨੂੰ ਬੋਲਿਆ ਗਿਆ ਸੀ, ਪਰ ਬਾਵਜੂਦ ਉਸਦੇ ਸ਼ਹਿਰ ਦੀ ਪਾਰਕਿੰਗ ਉਗੜ-ਦੁਗੜ ਹੈ ਤੇ ਵਾਰ-ਵਾਰ ਇਹੀ ਗੱਲ ਕਹੀ ਜਾ ਰਹੀ ਸੀ ਕਿ ਉਹਨਾਂ ਨੂੰ ਸਮਾਰਟ ਪਾਰਕਿੰਗ ਸ਼ਹਿਰ ਵਿੱਚ ਮਿਲੇਗੀ। ਸਿਟੀ ਬਿਊਟੀਫੁਲ 'ਚ ਪਾਰਕਿੰਗ ਦੀ ਸਭ ਤੋਂ ਜ਼ਿਆਦਾ ਲੋੜ ਸੈਕਟਰ 17 ਵਿਖੇ ਹੈ, ਕਿਉਂਕਿ ਇੱਥੇ ਬੈਂਕ ਸਕੁਆਇਰ ਅਤੇ ਸਾਰੇ ਬੈਂਕ ਨੇ ਤੇ ਰੋਜ਼ਾਨਾ ਅਣਗਿਣਤ ਵਾਹਨ ਆਉਂਦੇ ਨੇ, ਪਰ ਲੋਕ ਆਪਣੇ ਵਾਹਨਾਂ ਦੀ ਸਹੀ ਢੰਗ ਦੇ ਨਾਲ ਪਾਰਕਿੰਗ ਨਾ ਮਿਲਣ ਤੇ ਪਰੇਸ਼ਾਨ ਨੇ। ਜਗਬਾਣੀ ਟੀਵੀ ਦੇ ਲਈ ਚੰਡੀਗੜ੍ਹ ਤੋਂ ਭਗਵਤ ਸਿੰਘ ਦੀ ਰਿਪੋਰਟ। ਕੋਈ ਵੀ ਸੂਬਾ, ਕੋਈ ਵੀ ਦੇਸ਼ ਤਰੱਕੀ ਤਾਂ ਕਰ ਸਕਦਾ ਜੇ ਉਹਦੇ ਬੱਚੇ ਪੜ੍ਹ ਜਾਣ। ਅਫਸੋਸ ਇਸ ਗੱਲ ਦਾ ਹੈ ਕਿ ਅੱਜ ਪੜ੍ਹਾਈ ਬਹੁਤ ਮਹਿੰਗੀ ਹੋ ਗਈ। ਸ਼੍ਰੋਮਣੀ ਅਕਾਲੀ ਦਲ, ਬਹੁਜਨ ਸਮਾਜ ਪਾਰਟੀ ਦੀ ਆਉਣ ਵਾਲੀ ਸਰਕਾਰ ਦੀ ਪ੍ਰਾਇੋਰਟੀ ਐਜੂਕੇਸ਼ਨ ਰਹਿਣੀ ਹੈ। ਖਾਸ ਕਰਕੇ ਗਰੀਬ ਜਨਤਾ ਨੂੰ ਅਸੀਂ ਸ਼ੋਰ ਕਰਦੇ ਹਾਂ ਕਿ ਪੈਸੇ ਕਰਕੇ ਉਹ ਐਜੂਕੇਸ਼ਨ ਤੋਂ ਵਾਂਝੇ ਨਹੀਂ ਰਹਿਣਗੇ। ਅਸੀਂ ਫੈਸਲਾ ਕੀਤਾ ਹੈ, ਸ਼੍ਰੋਮਣੀ ਅਕਾਲੀ ਦਲ, ਬਹੁਜਨ ਸਮਾਜ ਪਾਰਟੀ ਸਰਕਾਰ ਬਣ 'ਤੇ ਪੰਜਾਬ ਦੇ ਬੱਚਿਆਂ ਵਾਸਤੇ 10 ਲੱਖ ਰੁਪਏ ਦਾ ਸਟੂਡੈਂਟ ਕਾਰਡ ਬਣਾ ਕੇ ਦੇਵਾਂਗੇ। ਤੁਸੀਂ ਉਹ ਕਾਰਡ ਰਾਹੀਂ ਪੰਜਾਬ ਦੇ ਕਿਸੇ ਵੀ ਕਾਲਜ, ਹਿੰਦੁਸਤਾਨ ਦੇ ਕਿਸੇ ਵੀ ਕਾਲਜ ਜਾਂ ਦੁਨੀਆ ਦੇ ਕਿਸੇ ਵੀ ਕਾਲਜ 'ਚ ਐਡਮਿਸ਼ਨ ਲੈ ਸਕੋਗੇ। ਉਸ 10 ਲੱਖ ਦੀ ਗਰੰਟੀ ਵੀ ਸਾਡੀ ਪੰਜਾਬ ਸਰਕਾਰ ਦੀ ਹੋਗੀ, ਵਿਆਜ ਵੀ ਅਸੀਂ ਪੰਜਾਬ ਸਰਕਾਰ ਭਰੂਗੀ। ਆ ਸਾਡਾ ਸਾਰੇ ਨਾਲ ਵਾਅਦਾ ਹੈ। ਅਫਗਾਨਿਸਤਾਨ ਦੇ ਹਾਲਾਤਾਂ ਤੋਂ ਹਰ ਕੋਈ ਵਾਕਿਫ ਹੈ। ਤਾਲਿਬਾਨ ਨੇ ਉੱਥੇ ਨਵੀਂ ਸਰਕਾਰ ਖੜੀ ਕਰ ਦਿੱਤੀ ਹੈ ਤੇ ਲੋਕ ਬਹੁਤ ਹੀ ਬੇਬਸ ਜਿਹੇ ਨਜ਼ਰ ਆ ਰਹੇ ਨੇ। ਅਜੇ ਵਿੱਚ ਬਹੁਤ ਸਾਰੇ ਅਫਗਾਨੀ ਵਿਦਿਆਰਥੀ ਭਾਰਤ ਦੇ ਵਿੱਚ ਵੀ ਪੜ੍ਹਦੇ ਨੇ ਤੇ ਬਹੁਤ ਸਾਰੇ ਚੰਡੀਗੜ੍ਹ ਦੀ ਯੂਨੀਵਰਸਿਟੀ ਵਿੱਚ ਵੀ ਪੜ੍ਹਦੇ ਨੇ ਤੇ ਹੁਣ ਉਹਨਾਂ ਨੇ ਹੀ ਚੰਡੀਗੜ੍ਹ ਦੇ ਸੈਕਟਰ 17 ਦੇ ਪਲਾਜ਼ਾ ਦੇ ਵਿੱਚ ਕੈਂਡਲ ਮਾਰਚ ਕੱਢਿਆ। ਕੈਂਡਲ ਮਾਰਚ ਕਰਦੇ ਹੋਏ ਉਹਨਾਂ ਨੇ ਭਾਰਤ ਸਰਕਾਰ ਤੋਂ ਮੰਗ ਕੀਤੀ। ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੀ ਆਰਥਿਕ ਸਥਿਤੀ ਠੀਕ ਨਹੀਂ ਤੇ ਉਹਨਾਂ ਦੀ ਮਦਦ ਕੀਤੀ ਜਾਵੇ। ਚੰਡੀਗੜ੍ਹ ਦੇ ਸੈਕਟਰ 17 ਪਲਾਜ਼ਾ ਵਿੱਚ ਚੰਡੀਗੜ੍ਹ ਵਿੱਚ ਰਹਿ ਰਹੇ ਅਫਗਾਨਿਸਤਾਨ ਸਟੂਡੈਂਟ ਨੇ ਬੀਤੀ ਰਾਤ ਕੈਂਡਲ ਮਾਰਚ ਕੱਢਿਆ, ਜਿਸ ਵਿੱਚ 100 ਦੇ ਕਰੀਬ ਅਫਗਾਨੀ ਸਟੂਡੈਂਟ ਰਹਿੰਦੇ ਹਨ ਜੋ ਇੱਥੇ ਪੜ੍ਹ ਰਹੇ ਹਨ। ਪਰ ਅਫਗਾਨਿਸਤਾਨ ਵਿੱਚ ਜਿਸ ਤਰ੍ਹਾਂ ਤੋਂ ਹਾਲਾਤ ਬਦਲੇ ਅਤੇ ਤਾਲਿਬਾਨ ਨੇ ਅਫਗਾਨਿਸਤਾਨ ਉੱਤੇ ਕਬਜ਼ਾ ਕਰ ਲਿਆ, ਉਸ ਤੋਂ ਬਾਅਦ ਇਹਨਾਂ ਵਿਦਿਆਰਥੀਆਂ ਦੀ ਚਿੰਤਾ ਵੱਧ ਗਈ ਹੈ, ਜਿਨ੍ਹਾਂ ਨੇ ਹੁਣ ਭਾਰਤ ਸਰਕਾਰ ਤੋਂ ਵੀ ਮਦਦ ਦੀ ਗੁਹਾਰ ਲਗਾਈ ਹੈ। ਇੱਥੇ ਸਟੂਡੈਂਟ ਨੇ ਕੈਂਡਲ ਮਾਰਚ ਕੱਢਿਆ ਅਤੇ ਭਾਰਤ ਸਰਕਾਰ ਤੋਂ ਅਪੀਲ ਕਰਦੇ ਹੋਏ ਨਜ਼ਰ ਆਏ ਕਿ ਉਹ ਉਹਨਾਂ ਦੀ ਆਰਥਿਕ ਤੌਰ ਤੇ ਸਮਾਜਿਕ ਤੌਰ ਉਤੇ ਮਦਦ ਨੂੰ ਅੱਗੇ ਆਏ। ਜਦੋਂ ਇਹਨਾਂ ਵਿਦਿਆਰਥੀਆਂ ਨਾਲ ਗੱਲ ਕੀਤੀ ਤਾਂ ਇਹਨਾਂ ਦਾ ਕਹਿਣਾ ਸੀ ਕਿ ਅਫਗਾਨਿਸਤਾਨ ਵਿੱਚ ਬੈਂਕ ਪੂਰੀ ਤਰ੍ਹਾਂ ਤੋਂ ਬੰਦ ਹੈ ਅਤੇ ਨਾ ਜਾਣੇ ਕਦੋਂ ਤੱਕ ਹਾਲਾਤ ਠੀਕ ਹੁੰਦੇ ਹਨ, ਜਿਸ ਦੇ ਕਾਰਨ ਉਹਨਾਂ ਨੂੰ ਹੁਣ ਆਰਥਿਕ ਤੌਰ ਉਤੇ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। अभी हमें फाइनेंशियल इश्यूज हैं। किस तरह की जो है? जैसे कि सर सबको पता है बैंक्स बंद है अफ़गानिस्तान में, ट्रांजैक्शन नहीं हो पा रहे, तो जिन लड़कियों की स्कॉलरशिप ख़त्म हो गई है
और जिन स्टूडेंट्स जो सेल्फ फाइनेंस थे उनको फाइनेंशियली दिक्कत हो रही है, रेंट की प्रॉब्लम हो रही है, आगे एडमिशन लेने की प्रॉब्लम हो रही है। सर ये हमारा रिक्वेस्ट ICCR से, गवर्नमेंट ऑफ इंडिया से यही है कि जिन लड़कियों के स्कॉलरशिप या सारे स्टूडेंट्स के स्कॉलरशिप ख़त्म हो गई उनको स्कॉलरशिप प्रोवाइड कर ले, वैसी जो स्टूडेंट्स सेल्फ फाइनेंस है उनको भी ICCR की स्कॉलरशिप मिल जाए। सर जब स्कॉलरशिप मिलता है हमें तो उसमें हमारे सब कुछ कवर हो जाता है, जैसे रेंट और एडमिशन फ़ी और वीज़ा भी। जब हमारे पास एडमिशन होता है तो वीज़ा की भी कोई प्रॉब्लम नहीं आती। सर मेरा रिक्वेस्ट यही है कि जो स्टूडेंट्स यहाँ पढ़ने के लिए आए हैं उनको स्कॉलरशिप प्रोवाइड किया जाए। चाहेगा कि हिंदुस्तान में अगर पॉसिबल है उनको नागरिकता मिल जाए, उनके अगर पहले कोई पॉलिसीज़ है तो उसमें बदलाव लाया जाए, क्योंकि हम भी आखिर ये रीजन एक ही जियोग्राफी हुआ करती थी एक समय, तो हम एक ही फैमिली मेम्बर है और हम ख़ुद को हिंदुस्तान से अलग कभी नहीं समझते हैं। तो ज़ाहिर है हमारा इंसानियत के बहस और बहस ये कि साउथ एशिया में रहते हैं, हमारा ये हक़ बनता है कि हमारी मदद की जाए, हमें नागरिकता मिल जाए, हमें जॉब अपॉर्चुनिटीज़ क्रिएट किया जाए, और जो हम स्टूडेंट की जो भी प्रॉब्लम है उनके लिए हेल्थ इंश्योरेंस दिया जाए, क्योंकि प्रॉब्लम बहुत हैं और ये जॉब नहीं कर सकते, कुछ भी नहीं कर सकते। अगर कहीं जाते हैं तो उसको उनकी वजह से ये उनको डिस्टर्ब कर सकते हैं। दरअसल ਜਦੋਂ ਇਹ ਅਫਗਾਨ ਤੋਂ ਵਾਪਸ ਆਏ ਹਨ ਉਹਨਾਂ ਨੂੰ ਆਰਥਿਕ ਤੰਗੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹ ਆਪਣੀ ਫੀਸ ਭਰਨ ਵਿੱਚ ਅਸਮਰਥ ਹਨ, ਉਹ ਆਪਣੇ ਕਿਰਾਏ ਦੇਣ ਵਿੱਚ ਵੀ ਅਸਮਰਥ ਹਨ, ਹੁਣ ਆਪਣੀ ਪੜ੍ਹਾਈ ਨੂੰ ਵੀ ਅੱਗੇ ਜਾਰੀ ਨਹੀਂ ਰੱਖ ਸਕਣਗੇ, ਜਿਸ ਵਜ੍ਹਾ ਕਰਕੇ ਉਹਨਾਂ ਦੀ ਚਿੰਤਾ ਵੱਧ ਗਈ ਹੈ। ਇਸ ਲਈ ਉਹ ਭਾਰਤ ਸਰਕਾਰ ਵੱਲੋਂ ਆਗਾਹ ਕਰ ਰਹੇ ਹਨ ਕਿ ਉਹ ਉਹਨਾਂ ਦੀ ਮਦਦ ਨੂੰ ਅੱਗੇ ਆਏ। ਆਰਥਿਕ ਤੌਰ ਉਤੇ ਜਿਨੇ ਅਫਗਾਨਿਸਤਾਨ ਦੇ ਸਟੂਡੈਂਟ ਭਾਰਤ ਵਿੱਚ ਰਹਿੰਦੇ ਹਨ ਉਹਨਾਂ ਦੀ ਮਦਦ ਕੀਤੀ ਜਾਏ। ਜਗਬਾਣੀ ਟੀਵੀ ਲਈ ਭਗਵਤ ਸਿੰਘ ਦੀ ਰਿਪੋਰਟ। ਹਰ ਪਰਿਵਾਰ ਨੂੰ ਚਲਾਉਣ ਵਾਲੀ ਇੱਕ ਔਰਤ ਹੁੰਦੀ ਹੈ। ਔਰਤ ਹੀ ਘਰ ਦੀ ਜ਼ਿੰਮੇਵਾਰੀ ਸੰਭਾਲਦੀ ਹੈ, ਭਾਵੇਂ ਬੱਚਿਆਂ ਦੀ ਪੜ੍ਹਾਈ ਹੋਏ, ਭਾਵੇਂ ਦਵਾਈ ਹੋਏ, ਭਾਵੇਂ ਘਰ ਨੂੰ ਇਕੱਠਾ ਕਰਨਾ ਹੋਏ, ਹਰ ਪਰਿਵਾਰ ਦੀ ਮੁਸ਼ਕਿਲ ਜੇ ਹੱਲ ਕਰਦੀ ਹੈ ਤੇ ਇੱਕ ਔਰਤ ਕਰਦੀ ਹੈ। ਇਸ ਗੱਲ ਨੂੰ ਧਿਆਨ ਰੱਖਦੇ ਹੋਏ ਸ਼੍ਰੋਮਣੀ ਅਕਾਲੀ ਦਲ ਬਹੁਜਨ ਸਮਾਜ ਪਾਰਟੀ ਨੇ ਫੈਸਲਾ ਕੀਤਾ ਹੈ ਕਿ ਨੀਲੇ ਕਾਰਡ ਹੋਲਡਰ ਪਰਿਵਾਰ ਦੀ ਮੁੱਖ ਔਰਤ ਨੂੰ ਹਰ ਮਹੀਨੇ 2000 ਰੁਪਇਆ ਮਹੀਨਾ ਉਹਨਾਂ ਦੇ ਖਾਤੇ 'ਚ ਦਿੱਤਾ ਜਾਊਗਾ। ਸਾਲ ਦਾ 24000 ਰੁਪਇਆ ਉਸ ਮੁਖੀ ਪਰਿਵਾਰ ਦੀ ਔਰਤ ਦੇ ਖਾਤੇ 'ਚ ਦਿੱਤਾ ਜਾਊਗਾ, ਜਿਸ ਕਰਕੇ ਉਸ ਔਰਤ ਨੂੰ ਕਿਸੇ ਚੀਜ਼ ਦੀ ਮੁਸ਼ਕਿਲ ਨਾ ਪਏ। ਆ ਸਾਡਾ ਵਾਅਦਾ ਸਾਰੇ ਪਰਿਵਾਰਾਂ ਨੂੰ ਹੈ। 10 ਸਤੰਬਰ ਤੋਂ ਗਣੇਸ਼ ਉਤਸਵ ਸ਼ੁਰੂ ਹੋਣ ਜਾ ਰਿਹਾ ਹੈ। 10 ਦਿਨ ਤੱਕ ਚੱਲਣ ਵਾਲਾ ਇਹ ਉਤਸਵ ਭਾਰਤ ਦੇ ਵਿੱਚ ਬੜੀ ਹੀ ਧੂਮਧਾਮ ਦੇ ਨਾਲ ਮਨਾਇਆ ਜਾਂਦਾ ਹੈਗਾ। ਗੱਲ ਜੇ ਚੰਡੀਗੜ੍ਹ ਦੀ ਕੀਤੀ ਜਾਵੇ ਤਾਂ ਚੰਡੀਗੜ੍ਹ ਦੇ ਵਿੱਚ ਵੀ ਇਸ ਦੀਆਂ ਤਿਆਰੀਆਂ ਜ਼ੋਰਾਂ ਸ਼ੋਰਾਂ ਦੇ ਨਾਲ ਚੱਲ ਰਹੀਆਂ ਨੇ। ਪੇਸ਼ ਰਿਪੋਰਟ। शुक्रवार यानी कि 10 सितंबर तो 10 दिन तक ਚੱਲਣ ਵਾਲੇ ਗਣੇਸ਼ ਉਤਸਵ ਦੀ ਸ਼ੁਰੂਆਤ ਹੋ ਰਹੀ ਹੈ। ਇਸ ਪਰਵ ਨੂੰ ਪੂਰੇ ਭਾਰਤ ਦੇ ਵਿੱਚ ਬੜੀ ਹੀ ਧੂਮਧਾਮ ਦੇ ਨਾਲ ਮਨਾਇਆ ਜਾਂਦਾ ਹੈ। ਇਸ ਪਰਵ ਨੂੰ ਲੈ ਕੇ ਚੰਡੀਗੜ੍ਹ ਦੇ ਵਿੱਚ ਵੀ ਤਿਆਰੀਆਂ ਚੱਲ ਰਹੀਆਂ ਨੇ। ਭਗਵਾਨ ਗਣੇਸ਼ ਦੀਆਂ ਸੁੰਦਰ ਮੂਰਤੀਆਂ ਦੇ ਨਾਲ ਬਾਜ਼ਾਰ ਵੀ ਸਜ ਚੁੱਕੇ ਨੇ। ਸੈਕਟਰ 20 ਦੇ ਵਿੱਚ ਭਗਵਾਨ ਗਣੇਸ਼ ਜੀ ਦੀਆਂ ਮੂਰਤੀਆਂ ਲੈਣ ਦੇ ਲਈ ਲੋਕਾਂ ਦੀ ਭਾਰੀ ਭੀੜ ਵੀ ਦੇਖਣ ਨੂੰ ਮਿਲ ਰਹੀ ਹੈ। ਲੋਕਾਂ ਦਾ ਕਹਿਣਾ ਸੀ ਕਿ ਕੋਰੋਨਾ ਦੀ ਵਜ੍ਹਾ ਦੇ ਨਾਲ ਪਿਛਲੇ ਸਾਲ ਧੂਮਧਾਮ ਦੇ ਨਾਲ ਉਹ ਗਣੇਸ਼ ਚਤੁਰਥੀ ਨਹੀਂ ਮਨਾ ਸਕੇ ਸਨ, ਪਰ ਹੁਣ ਇਸ ਵਾਰ ਗਣੇਸ਼ ਚਤੁਰਥੀ ਦਾ ਤਿਉਹਾਰ ਉਹ ਬੜੀ ਹੀ ਸ਼ਰਧਾ ਤੇ ਭਾਵਨਾ ਦੇ ਨਾਲ ਮਨਾਉਣਗੇ। हर साल की तरह हम गणपति अपने घर लेके जाएंगे एंड जितने भी दिन रहते हैं हम कोशिश करेंगे कि उनको अच्छे से सुबह शाम उनकी पूजा करें एंड बाकी घर में आएँ, सुख शांति दे के जाएँ एंड हमारे फ्रेंड्स एंड फैमिली जो भी आना चाहें दर्शन ज़रूर करने आएँ
एंड कोविड के बाद अभी खुला है इस बार, तो हम एक्सपेक्ट कर रहे हैं कि हमारे कुछ फ्रेंड्स और फैमिली ज़रूर आएंगे विसर्जन पे भी और पूजा पे भी। इस बार हमारे बेटे की पहली गणेश चतुर्थी है, तो हम बड़े धूमधाम से मनाएंगे। पूरा परिवार इकट्ठा होगा? बिल्कुल जी, बिल्कुल पूरा परिवार, पूरे रिलेटिव सबको बुलाया है, सब इकट्ठे होंगे, सब धूमधाम से पूजा करेंगे। कितनी देर से आप लोग गणेश चतुर्थी मनाते हैं? हमें हो गए हैं 5-6 साल, तो तब से हम मनाते आ रहे हैं। इस बार क्या मांगे हैं? वो तो देखो सीक्रेट है, जो गन्नू से मांगेंगे उन्हीं को पता होगा, वही देंगे। तो इस बार ये तो मांगेंगे कि कोरोना महामारी, वो तो बिल्कुल, हमने पिछले साल भी यही मांगा था, क्योंकि पिछले साल भी कोरोना का बहुत डर था, लेकिन फिर भी हमने ये त्यौहार मनाया था। लेकिन इस बार ठीक है, पिछली बार किसी को बुलाया नहीं था, इस बार हम अपने रिश्तेदारों को भी बुलाएंगे। ਦੂਸਰੇ ਪਾਸੇ ਸੈਕਟਰ 47 ਕਾਲੀਬਾੜੀ ਮੰਦਿਰ ਦੇ ਵਿੱਚ ਵੀ ਭਗਵਾਨ ਗਣੇਸ਼ ਜੀ ਦੀਆਂ ਸੁੰਦਰ ਮੂਰਤੀਆਂ ਸੱਜ ਕੇ ਤਿਆਰ ਪਈਆਂ ਨੇ। ਜਿਨ੍ਹਾਂ ਨੇ ਮੂਰਤੀਆਂ ਦੀ ਬੁਕਿੰਗ ਕਰਾ ਰੱਖੀ ਸੀ, ਉਹ ਵੱਡੀ ਗਿਣਤੀ ਦੇ ਵਿੱਚ ਮੂਰਤੀਆਂ ਖਰੀਦਣ ਦੇ ਲਈ ਪਹੁੰਚ ਰਹੇ ਨੇ। जी हाँ, हम हर साल गणेश चतुर्थी मनाते हैं और तकरीबन 6-7 साल हो गए। 6-7 साल से हम लोग ये त्यौहार मना रहे हैं बड़े धूमधाम से। और इस बार हमारे घर पे भी नए मेहमान आया, तो उसके साथ पहली बार गणेश चतुर्थी मनाएंगे। तैयारियाँ पूरे धूमधाम से, जैसे फेस्टिवल होते हैं सारे, तो हमारे घर में भी जितने दिन गणेश जी रहते हैं उतने दिन त्यौहार का माहौल रहता है। चाहे 3 दिन बिठाएँ, 5 दिन, 11 दिन, सो सारा खान पान सब वहीं पे वैसे चलता है और तीनों टाइम का भोजन सब मिलके करते हैं फैमिली पूरी। ऐसे ये 3 दिन का त्यौहार होता है, भारत संस्कृति का सबसे मशहूर त्यौहार है। तो ये 3 दिन का होता है। जैसे अब शुक्रवार है, शुक्रवार को गणेश जी की पूजन होगा और इसको हम 3 दिन संडे को विसर्जन करेंगे। तो ये हर साल आता है, बहुत ही धूमधाम से मनाया जाता है। भारत की संस्कृति का ये बहुत ही फेमस और धार्मिक त्यौहार है, हम सबको मिलजुल के मनाना चाहिए। ਕਾਲੀਬਾੜੀ ਮੰਦਿਰ 'ਚ ਭਗਵਾਨ ਗਣੇਸ਼ ਜੀ ਦੀਆਂ ਮੂਰਤੀਆਂ ਬਣਾਉਣ ਵਾਲੇ ਕਾਰੀਗਰ ਨੇ ਦੱਸੇ ਕਿ ਇਸ ਵਾਰ ਮੂਰਤੀਆਂ ਦੀ ਡਿਮਾਂਡ ਕਾਫੀ ਜ਼ਿਆਦਾ ਹੈ। ਮੂਰਤੀਆਂ ਘੱਟ ਪੈ ਗਈਆਂ ਨੇ, ਬਸ ਛੋਟੀਆਂ ਮੂਰਤੀਆਂ ਹੀ ਬਚੀਆਂ ਨੇ ਤੇ ਇਸ ਵਾਰ ਗਣੇਸ਼ ਚਤੁਰਥੀ ਤੇ ਭਗਵਾਨ ਗਣੇਸ਼ ਜੀ ਦੀਆਂ ਮੂਰਤੀਆਂ ਕਾਫੀ ਵਿਕ ਵੀ ਰਹੀਆਂ ਨੇ। ਇੱਥੋਂ ਤੱਕ ਕਿ ਹਿਮਾਚਲ, ਜੰਮੂ ਕਸ਼ਮੀਰ, ਹਰਿਆਣਾ ਤੇ ਪੰਜਾਬ ਤੱਕ ਤੋਂ ਆਰਡਰ ਉਹਨਾਂ ਨੂੰ ਆਏ ਨੇ। ਬੜੀ ਮੁਸ਼ਕਿਲ ਦੇ ਨਾਲ ਇਹ ਆਰਡਰ ਉਹਨਾਂ ਵੱਲੋਂ पूरे किए गए ने। पिछले साल कोरोना की वजह से इतनी ज़्यादा डिमांड नहीं थी, पर अब की बार कोरोना थोड़ा कम है और इस वजह से कस्टमर की डिमांड पे तो मूर्तियाँ अवेलेबल है और अच्छी डिमांड है। कस्टमर आ रहा है? हाँ, कस्टमर आ रहा है, अपनी मनपसंद की मूर्तियाँ लेके जा रहा है और उम्मीद है कि बहुत अच्छा त्यौहार जाएगा। ਤੇ ਆਓ ਹੁਣ ਤੁਹਾਨੂੰ ਦੱਸਦੇ ਹਾਂ ਕਿ ਗਣੇਸ਼ ਚਤੁਰਥੀ ਕਿਉਂ ਮਨਾਈ ਜਾਂਦੀ ਹੈ। ਪੁਰਾਣਿਕ ਕਥਾਵਾਂ ਦੇ ਅਨੁਸਾਰ ਇਸ ਦਿਨ ਵਿਘਨਹਰਤਾ ਯਾਨੀ ਕਿ ਗਣੇਸ਼ ਭਗਵਾਨ ਜੀ ਦਾ ਜਨਮ ਹੋਇਆ ਸੀ। ਇਸ ਨੂੰ ਵਿਨਾਇਕ ਚਤੁਰਥੀ ਜਾਂ ਫਿਰ ਗਣੇਸ਼ ਚੌਥ ਦੇ ਨਾਮ ਦੇ ਨਾਲ ਵੀ ਜਾਣਿਆ ਜਾਂਦਾ ਹੈ। ਗਣੇਸ਼ ਚਤੁਰਥੀ ਦਾ ਪਹਿਲਾ ਦਿਨ ਭਗਵਾਨ ਗਣੇਸ਼ ਜੀ ਦੇ ਜਨਮ ਦਿਨ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ ਤੇ ਅੰਤਿਮ ਦਿਨ ਅਨੰਤ ਚਤੁਰਥੀ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਪਹਿਲਾਂ ਤੋਂ ਇਹ ਤਿਉਹਾਰ ਮਹਾਰਾਸ਼ਟਰ ਦੇ ਵਿੱਚ ਮਨਾਇਆ ਜਾਂਦਾ ਸੀ, ਪਰ ਹੌਲੀ-ਹੌਲੀ ਮਹਾਰਾਸ਼ਟਰ ਤੇ ਗੁਜਰਾਤ ਤੋਂ ਨਿਕਲ ਕੇ ਇਹ ਤਿਉਹਾਰ ਪੂਰੇ ਭਾਰਤ ਦੇ ਵਿੱਚ ਪ੍ਰਸਿੱਧ ਹੋ ਗਿਆ। ਧੂਮਧਾਮ ਦੇ ਨਾਲ ਮਨਾਈ ਜਾਂਦੀ ਹੈ ਗਣੇਸ਼ ਚਤੁਰਥੀ। ਹਿੰਦੂ ਧਰਮ ਦੇ ਵਿੱਚ ਗਣੇਸ਼ ਚਤੁਰਥੀ ਦਾ ਪਵਿੱਤਰ ਤਿਉਹਾਰ ਬੜੇ ਹੀ ਧੂਮਧਾਮ ਦੇ ਨਾਲ ਮਨਾਇਆ ਜਾਂਦਾ ਹੈ। ਇਸ ਤਿਉਹਾਰ ਦੀ ਸ਼ੁਰੂਆਤ ਸਭ ਤੋਂ ਪਹਿਲਾਂ ਮਹਾਰਾਸ਼ਟਰ ਦੇ ਵਿੱਚ ਹੋਈ। ਹਿੰਦੂ ਪੰਚਾਂਗ ਦੇ ਅਨੁਸਾਰ ਗਣੇਸ਼ ਮਹੋਤਸਵ ਭਾਦਰਪਦ ਮਾਸ ਚਤੁਰਥੀ ਤਿਥੀ ਤੋਂ ਚਤੁਰਦਸ਼ੀ ਤੱਕ ਚੱਲਦਾ ਹੈ। ਇਸ ਤੋਂ ਬਾਅਦ 11ਵੇਂ ਦਿਨ ਯਾਨੀ ਕਿ ਅਨੰਤ ਚਤੁਰਦਸ਼ੀ ਤੇ ਭਗਵਾਨ ਗਣੇਸ਼ ਜੀ ਦੀ ਮੂਰਤੀ ਦਾ ਵਿਸਰਜਨ ਕੀਤਾ ਜਾਂਦਾ ਹੈ। ਪੂਰੇ ਭਾਰਤ ਦੇ ਵਿੱਚ ਇਸ ਦਿਨ ਨੂੰ ਗਣੇਸ਼ ਜੀ ਨੂੰ ਜਲ ਦੇ ਵਿੱਚ ਵਿਸਰਜਨ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ, ਕਿਉਂਕਿ ਗਣੇਸ਼ ਜੀ ਜਲ ਦੇ ਦੇਵਤਾ ਮੰਨੇ ਗਏ ਨੇ। ਗਣਪਤੀ ਬੱਪਾ ਮੋਰੀਆ ਦੇ ਲੱਗਦੇ ਨੇ ਜੈਕਾਰੇ। ਭਾਰਤ ਵਿੱਚ ਦੱਖਣੀ ਅਤੇ ਪੱਛਮੀ ਸੂਬਿਆਂ ਦੇ ਵਿੱਚ ਇਸ ਤਿਉਹਾਰ ਨੂੰ ਲੈ ਕੇ ਇੱਕ ਵੱਖ ਹੀ ਧੂਮ ਦੇਖਣ ਨੂੰ ਮਿਲਦੀ ਹੈ। ਇਸ ਦਿਨ ਲੋਕ ਜਨਤਕ ਪੰਡਾਲਾਂ ਦੇ ਵਿੱਚ ਵਿਘਨਹਰਤਾ ਭਗਵਾਨ ਗਣੇਸ਼ ਜੀ ਦੀ ਮੂਰਤੀ ਸਥਾਪਿਤ ਕਰਦੇ ਨੇ ਤੇ 10 ਦਿਨ ਤੱਕ ਨਿਰੰਤਰ ਗਣਪਤੀ ਬੱਪਾ ਜੀ ਦੀ ਪੂਜਾ ਅਰਚਨਾ ਕੀਤੀ ਜਾਂਦੀ ਹੈ। ਗਣੇਸ਼ ਚਤੁਰਥੀ ਦਾ ਇਤਿਹਾਸ। ਇਤਿਹਾਸਕਾਰਾਂ ਦੇ ਮੁਤਾਬਿਕ ਗਣੇਸ਼ ਚਤੁਰਥੀ ਦੇ ਇਸ ਪਵਿੱਤਰ ਤਿਉਹਾਰ ਦੀ ਸ਼ੁਰੂਆਤ 1630 ਤੇ 1680 ਦੇ ਦੌਰਾਨ ਹੋਈ ਹੈ। ਉਸ ਵੇਲੇ ਇਹ ਤਿਉਹਾਰ ਸਮਾਜਿਕ ਸਮਾਰੋਹ ਦੇ ਰੂਪ ਵਿੱਚ ਮਨਾਇਆ ਜਾਂਦਾ ਸੀ। ਸ਼ਿਵਾ ਜੀ ਦੇ ਸਮੇਂ ਭਗਵਾਨ ਗਣੇਸ਼ ਜੀ ਦੀ ਪੂਜਾ
ਉਹਨਾਂ ਦੇ ਕੁਲਦੇਵਤਾ ਦੇ ਰੂਪ ਵਿੱਚ ਕੀਤੀ ਜਾਂਦੀ ਸੀ। ਪਰ ਪੇਸ਼ਵਿਆਂ ਦੇ ਅੰਤ ਤੋਂ ਬਾਅਦ ਇਹ ਇੱਕ ਪਰਿਵਾਰਕ ਉਤਸਵ ਬਣ ਗਿਆ। ਇਸ ਤੋਂ ਬਾਅਦ ਇਸ ਤਿਉਹਾਰ ਦੀ ਸ਼ੁਰੂਆਤ ਇੱਕ ਵਾਰ ਫਿਰ 1893 ਵਿੱਚ ਬਾਲ ਗੰਗਾਧਰ ਤਿਲਕ ਨੇ ਕੀਤੀ ਤੇ ਉਸ ਤੋਂ ਬਾਅਦ ਤੋਂ ਇਹ ਤਿਉਹਾਰ ਹਰ ਸਾਲ ਧੂਮਧਾਮ ਦੇ ਨਾਲ ਮਨਾਇਆ ਜਾਣ ਲੱਗਿਆ। ਜਗਬਾਣੀ ਟੀਵੀ ਦੇ ਲਈ ਚੰਡੀਗੜ੍ਹ ਤੋਂ ਕੁਲਦੀਪ ਕੁਮਾਰ ਦੀ ਰਿਪੋਰਟ। ਕੋਰੋਨਾ ਦੀ ਤੀਜੀ ਲਹਿਰ ਨੂੰ ਲੈ ਕੇ ਹਰ ਪਾਸੇ ਚਰਚਾ ਹੋ ਰਹੀ ਹੈ ਕਿ ਕਿਤੇ ਤੀਜੀ ਲਹਿਰ ਨਾ ਆ ਜਾਵੇ। ਅਜਿਹੇ ਵਿੱਚ ਹਰ ਕੋਈ ਆਪਣੇ ਆਪ ਨੂੰ ਸੁਰੱਖਿਅਤ ਰੱਖਣਾ ਚਾਹੁੰਦਾ ਹੈ ਤੇ ਵੈਕਸੀਨੇਸ਼ਨ ਵੱਧ ਚੜ੍ਹ ਕੇ ਲਗਵਾਈ ਜਾ ਰਹੀ ਹੈ। ਗੱਲ ਚੰਡੀਗੜ੍ਹ ਦੀ ਕੀਤੀ ਜਾਵੇ ਤਾਂ ਇੱਥੇ ਵੀ ਵੱਡੇ ਪੱਧਰ ਤੇ ਵੈਕਸੀਨੇਸ਼ਨ ਹੋ ਚੁੱਕੀ ਹੈ ਤੇ ਟੀਚਾ ਰੱਖਿਆ ਗਿਆ ਹੈ ਕਿ ਦਸੰਬਰ ਤੱਕ 100% ਦੀ ਵੈਕਸੀਨੇਸ਼ਨ ਹੋ ਜਾਵੇ। ਕੋਰੋਨਾ ਦੇ ਲਈ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ। ਸ਼ੱਕੀ ਲੋਕਾਂ ਦੀ ਕੋਰੋਨਾ ਜਾਂਚ ਰੋਜ਼ਾਨਾ ਕਰਵਾਈ ਜਾ ਰਹੀ ਹੈ। ਪਿਛਲੇ 24 ਘੰਟਿਆਂ ਦੇ ਦੌਰਾਨ ਸ਼ਹਿਰ ਵਿੱਚ 3 ਨਵੇਂ ਸੰਕਰਮਿਤ ਮਰੀਜ਼ ਸਾਹਮਣੇ ਆਏ, ਜਿਨ੍ਹਾਂ ਵਿੱਚ 2 ਪੁਰਸ਼ ਤੇ 1 ਮਹਿਲਾ ਹੈ। ਸ਼ਹਿਰ ਵਿੱਚ ਹੁਣ ਤੱਕ 6,88,100 ਸ਼ੱਕੀ ਮਰੀਜ਼ਾਂ ਦੇ ਟੈਸਟ ਸਿਹਤ ਵਿਭਾਗ ਵੱਲੋਂ ਕੀਤੇ ਗਏ ਨੇ, ਜਿਨ੍ਹਾਂ ਦੇ ਵਿੱਚ 6,21,623 ਲੋਕਾਂ ਦੀ ਰਿਪੋਰਟ ਨੈਗੇਟਿਵ ਆਈ ਹੈ ਤੇ 65,138 ਲੋਕਾਂ ਦੀ ਰਿਪੋਰਟ ਪੋਜ਼ਿਟਿਵ ਆਈ ਹੈ। ਸ਼ਹਿਰ ਵਿੱਚ ਕੋਰੋਨਾ ਸੰਕਰਮਣ ਤੋਂ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ 64,292 ਹੈ ਤੇ ਕੋਰੋਨਾ ਸੰਕਰਮਿਤ 815 ਮਰੀਜ਼ਾਂ ਦੀ ਮੌਤ ਅੱਜ ਹੋ ਚੁੱਕੀ ਹੈ। ਗੱਲ ਮੌਸਮ ਦੀ ਕਰ ਲੈਂਦੇ ਆ ਤਾਂ ਬੀਤੇ ਕਈ ਦਿਨਾਂ ਤੋਂ ਗਰਮੀ ਨੇ ਲੋਕਾਂ ਨੂੰ ਸਤਾਇਆ ਹੋਇਆ ਸੀ ਤੇ ਅੱਜ ਸਵੇਰ ਜਦੋਂ ਬਾਰਿਸ਼ ਹੋਈ ਤਾਂ ਇੱਕ ਉਮੀਦ ਦੀ ਕਿਰਨ ਜਗੀ ਕਿ ਇਸ ਗਰਮੀ ਤੋਂ ਥੋੜੀ ਰਾਹਤ ਮਿਲ ਜਾਵੇਗੀ ਤੇ ਮੌਸਮ ਸੁਹਾਵਣਾ ਹੋ ਜਾਵੇਗਾ, ਪਰ ਅਜਿਹਾ ਨਹੀਂ ਹੋਇਆ। ਦਿਨ ਪਰ ਤਪਤਪਾਉਂਦੀ ਗਰਮੀ ਰਹੀ, ਜਿਸ ਦੇ ਕਰਕੇ ਲੋਕਾਂ ਦੇ ਪਸੀਨੇ ਵੀ ਛੁੱਟੇ। ਤਾਪਮਾਨ ਦੀ ਜੇ ਗੱਲ ਕੀਤੀ ਜਾਵੇ ਤਾਂ ਅੱਜ ਵੱਧ ਤਾਪਮਾਨ 34.4 ਡਿਗਰੀ ਸੈਲਸੀਅਸ ਤੇ ਘੱਟੋ-ਘੱਟ ਤਾਪਮਾਨ 24.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਨਮੀ ਅੱਜ 67% ਰਹੀ। ਤਾਂ ਅੱਜ ਦੇ ਇਸ ਬੁਲੇਟਿਨ ਦੇ ਵਿੱਚ ਬਸ ਨਹੀਂ, ਫਿਰ ਹੋਵੇਗੀ ਮੁਲਾਕਾਤ। ਨਮਸਕਾਰ।